ਬੱਚਿਓ, ਸਾਫ਼ ਆਕਾਸ਼ ਵਾਲਾ ਖਿੜਵਾਂ ਦਿਨ ਸਾਨੂੰ ਖੁਸ਼ ਕਰ ਦਿੰਦਾ ਹੈ। ਜਦੋਂ ਬਹੁਤ ਗਰਮੀ ਹੁੰਦੀ ਹੈ ਤਾਂ ਆਕਾਸ਼ ਵਿੱਚ ਕਾਲੇ ਬੱਦਲ ਅਤੇ ਵਰਖਾ ਵੇਖ ਕੇ ਅਸੀਂ ਰਾਹਤ ਮਹਿਸੂਸ ਕਰਦੇ ਹਾਂ। ਸਾਡੀਆਂ ਬਹੁਤ ਸਾਰੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਉਸ ਦਿਨ ਦੇ ਮੌਸਮ ਉੱਤੇ ਨਿਰਭਰ ਕਰਦੀਆਂ ਹਨ। ਇਸੇ ਲਈ ਮੌਸਮ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਡੀਓ, ਟੀਵੀ ਅਤੇ ਅਖਬਾਰਾਂ ਵਿੱਚ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਰ ਬੱਚਿਓ, ਅਸਲ ਵਿੱਚ ਮੌਸਮ ਹੈ ਕੀ? ਤੁਸੀਂ ਜ਼ਰੂਰ ਇਹ ਦੇਖਿਆ ਹੋਵੇਗਾ ਕਿ ਸਾਫ਼ ਆਕਾਸ਼ ਵਾਲੀ ਸਵੇਰ ਵਾਲੇ ਦਿਨ ਅਚਾਨਕ ਬੱਦਲ ਛਾ ਜਾਂਦੇ ਹਨ ਅਤੇ ਫਿਰ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਹੈ। ਅਗਲੇ ਦਿਨ ਮੀਂਹ ਤੋਂ ਬਾਅਦ ਫਿਰ ਖਿੜਵਾਂ ਸਾਫ਼ ਦਿਨ ਚੜ੍ਹ ਜਾਂਦਾ ਹੈ। ਇਸ ਨੂੰ ਮੌਸਮ ਵਿੱਚ ਤਬਦੀਲੀ ਕਿਹਾ ਜਾਂਦਾ ਹੈ। ਤਾਪਮਾਨ, ਨਮੀ, ਵਰਖਾ, ਹਵਾ ਆਦਿ ਮੌਸਮ ਦੇ ਘਟਕ ਹਨ। ਕਿਸੇ ਸਥਾਨ ਤੇ ਇਹਨਾਂ ਘਟਕਾਂ ਦੇ ਸੰਬੰਧ ਵਿੱਚ ਵਾਯੂਮੰਡਲ ਦੀ ਹਰ ਰੋਜ਼ ਦੀ ਅਵਸਥਾ ਉਸ ਸਥਾਨ ਦਾ ਮੌਸਮ ਅਖਵਾਉਂਦੀ ਹੈ। ਮੌਸਮ ਇੱਕ ਜਟਿਲ ਵਰਤਾਰਾ ਹੈ ਜੋ ਕਿ ਪਲ ਵਿੱਚ ਪਰਿਵਰਤਿਤ ਹੋ ਸਕਦਾ ਹੈ। ਕੀ ਤੁਸੀਂ ਇਸ ਪਰਿਵਰਤਨ ਦਾ ਕਾਰਨ ਜਾਣਦੇ ਹੋ? ਮੌਸਮ ਵਿੱਚ ਸਾਰੇ ਪਰਿਵਰਤਨ ਸੂਰਜ ਦੇ ਕਾਰਨ ਹੁੰਦੇ ਹਨ। ਧਰਤੀ ਦੇ ਸਮੁੰਦਰਾਂ ਅਤੇ ਵਾਯੂਮੰਡਲ ਰਾਹੀਂ ਸੋਖੀ ਗਈ ਅਤੇ ਪਰਿਵਰਤਿਤ ਹੋਣ ਵਾਲੀ ਊਰਜਾ ਕਿਸੇ ਥਾਂ ਉੱਤੇ ਮੌਸਮ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਹੁੰਦੀ ਹੈ। ਇਸ ਦੇ ਨਾਲ ਹੀ ਧਰਤੀ ਦਾ ਆਪਣੇ ਧੁਰੇ ਦੁਆਲੇ ਘੁੰਮਣਾ ਅਤੇ ਹਰਾ ਘਰ ਪ੍ਰਭਾਵ ਵੀ ਮੌਸਮ ਨੂੰ ਪ੍ਰਭਾਵਿਤ ਕਰਦੇ ਹਨ। ਆਓ ਹੁਣ ਇੱਕ ਮੌਸਮ ਦੀ ਰਿਪੋਰਟ ਨੂੰ ਦੇਖੀਏ। ਇਸ ਰਿਪੋਰਟ ਵਿੱਚ ਸਭ ਤੋਂ ਪਹਿਲੇ ਕਾਲਮ ਵਿੱਚ ਮਿਤੀ ਦਿੱਤੀ ਜਾਂਦੀ ਹੈ ਅਤੇ ਅੱਗੇ ਉਸ ਦਿਨ ਦਾ ਮੌਸਮ ਦਰਸਾਇਆ ਜਾਂਦਾ ਹੈ। ਵਰਖਾ ਨੂੰ ਵਰਖਾ ਮਾਪਕ ਨਾਮਕ ਯੰਤਰ ਨਾਲ ਵੀ ਮਾਪਿਆ ਜਾਂਦਾ ਹੈ, ਜਿਸ ਨੂੰ ਰੇਨ ਗੌਜ ਵੀ ਕਹਿੰਦੇ ਹਨ। ਬੱਚਿਓ, ਕਿਸੇ ਸਥਾਨ ਦੀ ਲੰਬੇ ਸਮੇਂ ਜਿਵੇਂ ਕਿ 25 ਸਾਲ ਵਿੱਚ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ਤੇ ਬਣਿਆ ਮੌਸਮ ਦਾ ਰੁਝਾਨ ਉਸ ਥਾਂ ਦੀ ਜਲਵਾਯੂ ਅਖਵਾਉਂਦਾ ਹੈ। ਜੇ ਕਿਸੇ ਥਾਂ ਦਾ ਤਾਪਮਾਨ ਵਧੇਰੇ ਸਮੇਂ ਉੱਚਾ ਰਹਿੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਸ ਥਾਂ ਦੀ ਜਲਵਾਯੂ ਗਰਮ ਹੈ। ਜੇਕਰ ਇਸ ਤੋਂ ਇਲਾਵਾ ਉਸ ਥਾਂ ਉੱਤੇ ਵਧੇਰੇ ਦਿਨਾਂ ਲਈ ਭਾਰੀ ਵਰਖਾ ਹੋ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਥਾਂ ਦੀ ਜਲਵਾਯੂ ਗਰਮ ਅਤੇ ਨਮੀ ਵਾਲੀ ਹੈ। ਇਸ ਦੇ ਨਾਲ ਹੀ ਕਿਸੇ ਥਾਂ ਦੀ ਜਲਵਾਯੂ ਦਾ ਪਤਾ ਹਰੇਕ ਮਹੀਨੇ ਲਈ ਔਸਤ ਤਾਪਮਾਨ ਦੀ ਗਣਨਾ ਨਾਲ ਕੀਤਾ ਜਾਂਦਾ ਹੈ। ਇਹ ਗਣਨਾ 2 ਪੜਾਵਾਂ ਵਿੱਚ ਹੁੰਦੀ ਹੈ। ਪਹਿਲਾਂ ਮਹੀਨੇ ਦੇ ਹਰੇਕ ਦਿਨ ਲਈ ਰਿਕਾਰਡ ਕੀਤੇ ਗਏ ਤਾਪਮਾਨ ਦਾ ਮੱਧਮਾਨ ਕੱਢਦੇ ਹਨ। ਉਸ ਤੋਂ ਬਾਅਦ ਪਿਛਲੇ ਕਈ ਵਰ੍ਹਿਆਂ ਵਿੱਚ ਉਸੇ ਮਹੀਨੇ ਦੇ ਮੱਧਮਾਨ ਤਾਪਮਾਨਾਂ ਦਾ ਮੱਧਮਾਨ ਕੱਢਦੇ ਹਨ। ਇਸ ਤੋਂ ਸਾਨੂੰ ਉਸ ਸਥਾਨ ਦੀ ਜਲਵਾਯੂ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਪੱਛਮੀ ਖੇਤਰਾਂ ਜਿਵੇਂ ਰਾਜਸਥਾਨ ਵਿੱਚ ਸਾਲ ਦੇ ਵਧੇਰੇ ਸਮੇਂ ਮੱਧਮਾਨ ਤਾਪਮਾਨ ਉੱਚਾ ਰਹਿੰਦਾ ਹੈ, ਪਰ ਸਰਦੀਆਂ ਵਿੱਚ, ਜੋ ਕਿ ਸਿਰਫ ਕੁਝ ਕੁ ਮਹੀਨੇ ਲਈ ਹੁੰਦੀਆਂ ਹਨ, ਤਾਪਮਾਨ ਕਾਫੀ ਘਟ ਜਾਂਦਾ ਹੈ। ਇਸੇ ਖੇਤਰ ਵਿੱਚ ਬਹੁਤ ਘੱਟ ਵਰਖਾ ਹੁੰਦੀ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਰਾਜਸਥਾਨ ਵਰਗੇ ਖੇਤਰਾਂ ਦੀ ਜਲਵਾਯੂ ਗਰਮ ਅਤੇ ਖੁਸ਼ਕ ਹੈ। ਧਰੁਵੀ ਖੇਤਰਾਂ ਵਿੱਚ ਅੱਤ ਦੀ ਸਰਦ ਜਲਵਾਯੂ ਮਿਲਦੀ ਹੈ। ਇਹ ਖੇਤਰ ਸਫੇਦ ਬਰਫ਼ ਨਾਲ ਢਕੇ ਰਹਿੰਦੇ ਹਨ ਅਤੇ ਇੱਥੇ ਸਾਲ ਦੇ ਵਧੇਰੇ ਹਿੱਸੇ ਵਿੱਚ ਬਹੁਤ ਜ਼ਿਆਦਾ ਸਰਦੀ ਰਹਿੰਦੀ ਹੈ। ਧਰੁਵਾਂ ਤੇ 6 ਮਹੀਨੇ ਤੱਕ ਸੂਰਜ ਨਹੀਂ ਚੜ੍ਹਦਾ ਅਤੇ ਬਾਕੀ 6 ਮਹੀਨਿਆਂ ਤੱਕ ਸੂਰਜ ਛਿਪਦਾ ਨਹੀਂ। ਸਰਦੀਆਂ ਵਿੱਚ ਤਾਪਮਾਨ -37 ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਹੈ। ਆਓ ਹੁਣ ਅਸੀਂ ਧਰੁਵੀ ਖੇਤਰਾਂ ਦੇ 2 ਜੀਵਾਂ, ਧਰੁਵੀ ਰਿੱਛ ਅਤੇ ਪੈਂਗੁਇਨ ਦੀ ਗੱਲ ਕਰੀਏ। ਇਹ ਜੀਵ ਧਰੁਵੀ ਖੇਤਰ ਵਿੱਚ ਰਹਿਣ ਲਈ ਕਿਸ ਤਰ੍ਹਾਂ ਅਨੁਕੂਲਿਤ ਹਨ?
ਧਰੁਵੀ ਰਿੱਛ ਦੇ ਸਾਰੇ ਸਰੀਰ ਤੇ ਸਫੇਦ ਵਾਲ ਜਾਂ ਜੱਤ ਹੁੰਦੀ ਹੈ, ਜਿਸ ਨਾਲ ਉਹ ਬਰਫ਼ ਦੀ ਸਫੇਦ ਪਿੱਠ ਭੂਮੀ ਵਿੱਚ ਆਸਾਨੀ ਨਾਲ ਦਿਖਾਈ ਨਹੀਂ ਦਿੰਦਾ। ਇਸ ਦੇ ਨਾਲ ਉਹਨਾਂ ਨੂੰ ਆਪਣੇ ਦੁਸ਼ਮਣਾਂ ਤੋਂ ਬਚਾਅ ਵਿੱਚ ਮਦਦ ਮਿਲਦੀ ਹੈ। ਨਾਲ ਹੀ ਉਹਨਾਂ ਨੂੰ ਆਪਣੇ ਸ਼ਿਕਾਰ ਨੂੰ ਫੜਨ ਵਿੱਚ ਵੀ ਸਹਾਇਤਾ ਮਿਲਦੀ ਹੈ। ਧਰੁਵੀ ਰਿੱਛ ਦੇ ਨੌ ਮੁੜੇ ਹੋਏ, ਲੰਮੇ ਅਤੇ ਤਿੱਖੇ ਹੁੰਦੇ ਹਨ। ਇਹ ਰਿੱਛ ਨੂੰ ਬਰਫ਼ ਉੱਤੇ ਚੱਲਣ ਵਿੱਚ ਮਦਦ ਕਰਦੇ ਹਨ। ਇਸ ਦੀ ਚਮੜੀ ਦੇ ਹੇਠਾਂ ਚਰਬੀ ਦੀ ਇੱਕ ਪਰਤ ਹੁੰਦੀ ਹੈ, ਜਿਸ ਨਾਲ ਇਸ ਦਾ ਸਰੀਰ ਸੀਤ ਰੋਧਕ ਰਹਿੰਦਾ ਹੈ। ਧਰੁਵੀ ਖੇਤਰ ਦਾ ਇੱਕ ਹੋਰ ਜੀਵ ਪੈਂਗੁਇਨ ਹੈ। ਪੈਂਗੁਇਨ ਵੀ ਸਫੇਦ ਹੁੰਦੇ ਹਨ ਅਤੇ ਆਸਾਨੀ ਨਾਲ ਬਰਫ਼ ਦੀ ਸਫੇਦ ਪਿੱਠ ਭੂਮੀ ਵਿੱਚ ਮਿਲ ਜਾਂਦੇ ਹਨ। ਇਹਨਾਂ ਦੇ ਸਰੀਰ ਵਿੱਚ ਵੀ ਖੁਦ ਨੂੰ ਠੰਡ ਤੋਂ ਬਚਾਉਣ ਲਈ ਮੋਟੀ ਚਮੜੀ ਅਤੇ ਬਹੁਤ ਜ਼ਿਆਦਾ ਚਰਬੀ ਹੁੰਦੀ ਹੈ। ਪੈਂਗੁਇਨ ਖੁਦ ਨੂੰ ਗਰਮ ਰੱਖਣ ਲਈ ਹਮੇਸ਼ਾ ਝੁੰਡ ਵਿੱਚ ਰਹਿੰਦੇ ਹਨ। ਧਰੁਵੀ ਰਿੱਛ ਦੀ ਤਰ੍ਹਾਂ ਪੈਂਗੁਇਨ ਵੀ ਚੰਗੇ ਤਾਰੂ ਹੁੰਦੇ ਹਨ। ਇਹਨਾਂ ਦੇ ਸਰੀਰ ਉੱਤੇ ਧਾਰੀਆਂ ਅਤੇ ਪੈਰਾਂ ਵਿੱਚ ਜਾਲ ਵਰਗਾ ਬਣਿਆ ਹੁੰਦਾ ਹੈ, ਜਿਸ ਨਾਲ ਇਹ ਚੰਗੇ ਤਾਰੂ ਹੁੰਦੇ ਹਨ। ਧਰੁਵੀ ਖੇਤਰ ਵਿੱਚ ਰਹਿਣ ਵਾਲੇ ਹੋਰ ਜੰਤੂਆਂ ਵਿੱਚ ਅਨੇਕਾਂ ਤਰ੍ਹਾਂ ਦੀਆਂ ਮੱਛੀਆਂ, ਕਸਤੂਰੀ ਹਿਰਨ, ਰੇਂਡੀਅਰ, ਲੂੰਬੜੀ, ਸੀਲ, ਵੇਲ ਅਤੇ ਹੋਰ ਕਈ ਤਰ੍ਹਾਂ ਦੇ ਪੰਛੀ ਸ਼ਾਮਲ ਹਨ। ਤੁਸੀਂ ਸਾਈਬੇਰੀਅਨ ਕ੍ਰੇਨਸ ਬਾਰੇ ਜ਼ਰੂਰ ਸੁਣਿਆ ਹੋਵੇਗਾ, ਜਿਹੜੇ ਸਾਈਬੇਰੀਆ ਤੋਂ ਰਾਜਸਥਾਨ ਵਿੱਚ ਭਰਤਪੁਰ ਅਤੇ ਹਰਿਆਣਾ ਵਿੱਚ ਸੁਲਤਾਨਪੁਰ ਵਰਗੇ ਥਾਵਾਂ ਤੇ ਸਰਦੀਆਂ ਵਿੱਚ ਪ੍ਰਵਾਸ ਲਈ ਆ ਜਾਂਦੇ ਹਨ। ਬੱਚਿਓ, ਇਹ ਪੰਛੀ ਕੌਣ ਹੁੰਦੇ ਹਨ ਅਤੇ ਇਸ ਤਰ੍ਹਾਂ ਕਿਉਂ ਕਰਦੇ ਹਨ? ਇਹ ਪ੍ਰਵਾਸੀ ਪੰਛੀ ਹਨ ਜੋ ਆਪਣੇ ਆਵਾਸ ਲਈ ਅਨੁਕੂਲਨ ਸਥਾਨ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਕਰਦੇ ਹਨ। ਸਰਦੀਆਂ ਖਤਮ ਹੋ ਜਾਣ ਤੇ ਉਹ ਫਿਰ ਆਪਣੇ ਆਵਾਸ ਉੱਤੇ ਪਰਤ ਆਉਂਦੇ ਹਨ। ਬੱਚਿਓ, ਆਓ ਹੁਣ ਅੱਤ ਦੀ ਜਲਵਾਯੂ ਹਾਲਤਾਂ ਵਾਲੇ ਇੱਕ ਹੋਰ ਖੇਤਰ ਦੀ ਗੱਲ ਕਰੀਏ। ਇਹ ਹੈ ਊਸ਼ਣ ਘਟੀਬੰਦੀ ਵਰਖਾਵਣ ਜਾਂ ਟ੍ਰੋਪੀਕਲ ਰੇਨ ਫੋਰੈਸਟਸ। ਇੱਥੇ ਆਮ ਤੌਰ ਤੇ ਜਲਵਾਯੂ ਗਰਮ ਹੁੰਦੀ ਹੈ, ਕਿਉਂਕਿ ਇਹ ਖੇਤਰ ਭੂ-ਮੱਧ ਰੇਖਾ ਦੇ ਨੇੜੇ-ਤੇੜੇ ਸਥਿਤ ਹੁੰਦੇ ਹਨ। ਸਭ ਤੋਂ ਠੰਡੇ ਮਹੀਨਿਆਂ ਵਿੱਚ ਵੀ ਤਾਪਮਾਨ ਆਮ ਤੌਰ ਤੇ 15 ਡਿਗਰੀ ਸੈਲਸੀਅਸ ਤੋਂ ਵੱਧ ਰਹਿੰਦਾ ਹੈ। ਗਰਮੀਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਂਦਾ ਹੈ। ਸਾਲ ਭਰ ਦਿਨ ਅਤੇ ਰਾਤ ਦੀ ਲੰਬਾਈ ਲਗਭਗ ਬਰਾਬਰ ਰਹਿੰਦੀ ਹੈ। ਇਹਨਾਂ ਖੇਤਰਾਂ ਵਿੱਚ ਕਾਫੀ ਮਾਤਰਾ ਵਿੱਚ ਵਰਖਾ ਹੁੰਦੀ ਹੈ। ਲਗਾਤਾਰ ਗਰਮੀ ਅਤੇ ਵਰਖਾ ਦੇ ਕਾਰਨ ਇਸ ਖੇਤਰ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਅਤੇ ਜੰਤੂ ਮਿਲਦੇ ਹਨ। ਆਓ ਹੁਣ ਅਸੀਂ ਗਰਮ ਸਿੱਲੇ ਜਲਵਾਯੂ ਦੇ ਲਈ ਇਹਨਾਂ ਜੰਤੂਆਂ ਦੇ ਅਨੁਕੂਲਨ ਬਾਰੇ ਅਧਿਐਨ ਕਰੀਏ। ਇਹਨਾਂ ਖੇਤਰਾਂ ਵਿੱਚ ਅਨੇਕ ਜੰਤੂ ਰੁੱਖਾਂ ਉੱਤੇ ਰਹਿਣ ਲਈ ਅਨੁਕੂਲਿਤ ਹੁੰਦੇ ਹਨ। ਲਾਲ ਅੱਖਾਂ ਵਾਲੇ ਡੱਡੂ ਦੇ ਪੈਰ ਦੇ ਤਲਵੇਂ ਚਿਪਚਿਪੇ ਹੁੰਦੇ ਹਨ, ਜਿਹੜੇ ਉਹਨਾਂ ਨੂੰ ਰੁੱਖਾਂ ਉੱਤੇ ਚੜ੍ਹਨ ਵਿੱਚ ਮਦਦ ਕਰਦੇ ਹਨ। ਰੁੱਖਾਂ ਉੱਤੇ ਰਹਿਣ ਵਿੱਚ ਸਹਾਇਤਾ ਲਈ ਬਾਂਦਰਾਂ ਦੀ ਲੰਮੀ ਪੂਛਲ ਹੁੰਦੀ ਹੈ, ਜਿਹੜੀ ਟਾਹਣੀਆਂ ਨੂੰ ਫੜਨ ਵਿੱਚ ਸਹਾਇਕ ਹੁੰਦੀ ਹੈ। ਇਹਨਾਂ ਦੇ ਹੱਥਾਂ ਪੈਰਾਂ ਦੀ ਬਣਤਰ ਅਜਿਹੀ ਹੁੰਦੀ ਹੈ, ਜਿਸ ਨਾਲ ਇਹ ਆਸਾਨੀ ਨਾਲ ਟਾਹਣੀਆਂ ਨੂੰ ਫੜੀ ਰੱਖਦੇ ਹਨ। ਧਨੇਸ਼ ਚਿੜੀ ਦੀ ਲੰਮੀ ਵੱਡੀ ਚੁੰਝ ਹੁੰਦੀ ਹੈ, ਜਿਸ ਦੀ ਮਦਦ ਨਾਲ ਉਹ ਅਜਿਹੀਆਂ ਟਾਹਣੀਆਂ ਵਿੱਚ ਲੱਗੇ ਫਲਾਂ ਤੱਕ ਪਹੁੰਚ ਜਾਂਦੀ ਹੈ, ਜੋ ਬਹੁਤ ਕਮਜ਼ੋਰ ਹੁੰਦੀਆਂ ਹਨ ਅਤੇ ਉਸ ਦਾ ਭਾਰ ਨਹੀਂ ਸਹਿ ਸਕਦੀਆਂ। ਊਸ਼ਣ ਘਟੀਬੰਦੀ ਵਣਾਂ ਵਿੱਚ ਮਿਲਣ ਵਾਲੇ ਅਨੇਕ ਜੰਤੂਆਂ ਵਿੱਚ ਸੁਣਨ ਦੀ ਤੇਜ਼ ਸ਼ਕਤੀ, ਤੇਜ਼ ਨਜ਼ਰ, ਮੋਟੀ ਚਮੜੀ ਅਤੇ ਅਜਿਹੇ ਰੰਗ ਦੀ ਚਮੜੀ ਹੁੰਦੀ ਹੈ, ਜਿਹੜੀ ਉਹਨਾਂ ਨੂੰ ਨੇੜੇ-ਤੇੜੇ ਦੇ ਖੇਤਰ ਨਾਲ ਮਿਲਾ ਕੇ ਭੁਲਾਂਦਰਾ ਪਾਉਣ ਵਿੱਚ
ਸਹਾਇਕ ਹੁੰਦੀ ਹੈ ਅਤੇ ਉਹਨਾਂ ਦੀ ਸ਼ਿਕਾਰਖੋਰਾਂ ਤੋਂ ਰੱਖਿਆ ਕਰਦੀ ਹੈ। ਸ਼ੇਰ ਅਤੇ ਚੀਤਾ ਦੀ ਖੱਲ ਮੋਟੀ ਹੁੰਦੀ ਹੈ ਅਤੇ ਇਹ ਜੀਵ ਸੁਣਨ ਪ੍ਰਤੀ ਚੇਤਨ ਹੁੰਦੇ ਹਨ। ਭਾਰਤੀ ਊਸ਼ਣ ਕਟੀਬੰਧੀ ਵਰਖਾਵਣ ਦਾ ਇੱਕ ਹੋਰ ਮਸ਼ਹੂਰ ਜੰਤੂ ਹਾਥੀ ਹੈ। ਬੱਚਿਓ, ਹਾਥੀ ਦੀ ਸੁੰਡ ਨੂੰ ਧਿਆਨ ਨਾਲ ਵੇਖੋ। ਹਾਥੀ ਆਪਣੀ ਸੁੰਡ ਦੀ ਵਰਤੋਂ ਨੱਕ ਵਜੋਂ ਕਰਦਾ ਹੈ। ਲੰਮੀ ਸੁੰਡ ਨਾਲ ਇਸ ਦੀ ਸੁੰਘਣ ਦੀ ਸ਼ਕਤੀ ਬਹੁਤ ਚੰਗੀ ਹੋ ਜਾਂਦੀ ਹੈ। ਹਾਥੀ ਦੁਆਰਾ ਸੁੰਡ ਦੀ ਵਰਤੋਂ ਭੋਜਨ ਚੁੱਕਣ ਲਈ ਵੀ ਕੀਤੀ ਜਾਂਦੀ ਹੈ। ਹਾਥੀ ਆਪਣੇ ਬਾਹਰੀ ਦੰਦਾਂ ਨਾਲ ਆਪਣੀ ਪਸੰਦ ਦੇ ਰੁੱਖਾਂ ਦੇ ਸੱਕ ਨੂੰ ਆਸਾਨੀ ਨਾਲ ਛਿੱਲ ਸਕਦੇ ਹਨ। ਹਾਥੀ ਦੇ ਲੰਮੇ ਵੱਡੇ ਕੰਨ ਬੜੀ ਹਲਕੀ ਆਵਾਜ਼ ਨੂੰ ਵੀ ਸੁਣਨ ਵਿੱਚ ਸਹਾਇਕ ਹੁੰਦੇ ਹਨ।